ਸਤਿ ਸ੍ਰੀ ਅਕਾਲ। ਮੈਂ ਹਾਂ ਚੰਚਲ ਮਨੋਹਰ ਸਿੰਘ। ਤੁਸੀਂ ਦੇਖ ਰਹੇ ਹੋ ਅੰਮ੍ਰਿਤ ਪ੍ਰਸਾਰ। ਅੰਮ੍ਰਿਤ ਪ੍ਰਸਾਰ ਦੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਚਰਚਾ ਅਧੀਨ ਹੈ ਬੜਾ ਗੰਭੀਰ ਮੁੱਦਾ, ਜਿਸ ਦਾ ਸੰਬੰਧ ਸਿੱਖ ਧਰਮ ਨਾਲ ਹੈ ਅਤੇ ਇਸ ਦਾ ਪ੍ਰਭਾਵ ਸਿੱਖ ਕੌਮ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਜੋ ਬੈਠੇ ਹਨ ਉਹਨਾਂ 'ਤੇ ਅਤੇ ਅਗਲੀਆਂ ਪੀੜ੍ਹੀਆਂ 'ਤੇ ਵੀ ਮਾੜਾ ਪੈ ਸਕਦਾ ਹੈ। ਸਿੱਖ ਕੌਮ ਜੋ ਹੈ ਉਸ ਨੂੰ ਇਹ ਇੱਕ ਕੁਰਾਹੇ ਪਾਉਣ ਦਾ ਵੀ ਸਾਧਨ ਸਿੱਧ ਹੋ ਸਕਦਾ ਹੈ। ਮੈਂ ਤੁਹਾਡੇ ਸਾਹਮਣੇ ਮੁੱਦਾ ਰੱਖ ਰਿਹਾ ਕਿ ਬਲਵੰਤ ਸਿੰਘ ਰਾਜੋਆਣਾ ਨੇ ਜੋ ਪਟਿਆਲਾ ਜੇਲ੍ਹ ਵਿੱਚ ਤੀਜੀ ਵਾਰੀ ਜੋ ਹੰਗਰ ਸਟ੍ਰਾਈਕ ਸ਼ੁਰੂ ਕੀਤੀ, ਭੁੱਖੇ ਰਹਿਣਾ ਸ਼ੁਰੂ ਕੀਤਾ, ਉਸ ਦਾ ਇਹ ਜੋ ਪ੍ਰਕਿਰਿਆ ਭੁੱਖੇ ਰਹਿਣ ਦੀ ਤੇ ਆਪਣੇ ਆਪ ਦੇ ਸਰੀਰਕ ਨੂੰ ਹੱਠ ਨਾਲ ਕਮਜ਼ੋਰ ਕਰਨ ਦੀ, ਜਾਂ ਅਸੀਂ ਕਹਿ ਦਈਏ ਇਸ ਦੀ ਦਿਸ਼ਾ ਸਿੱਧੀ ਮਰਨ ਮਰਤ ਵੱਲ ਜਾਂਦੀ ਹੈ। ਰਾਜੋਆਣਾ ਕੀ ਕਰਦਾ ਹੈ, ਇਹ ਉਹਦਾ ਜਾਤੀ ਫੈਸਲਾ ਹੈ। ਜਦੋਂ ਉਹਨਾਂ ਨੇ ਬੇਅੰਤ ਸਿੰਘ ਹੋਰਾਂ ਦਾ ਕਤਲ ਕੀਤਾ, ਉਸ ਕੌਂਸਪੀਰੇਸੀ ਸੀਗੇ ਜਿਹਦੀ ਉਹਨਾਂ ਨੂੰ ਸਜ਼ਾ ਹੋਈ, ਉਹ ਵੀ ਉਹਨਾਂ ਦਾ ਜਾਤੀ ਫੈਸਲਾ ਸੀ। ਚਾਹੇ ਉਹ ਪ੍ਰਭਾਵਿਤ ਹੋਏ ਸੀ ਕਈ ਅਜਿਹੀਆਂ ਗੱਲਾਂ ਤੋਂ ਜਿਹੜੀਆਂ ਕਿ ਸਿੱਖ ਕੌਮ ਲਈ ਇੱਕ ਸਦੀਵੀ ਦਰਦ ਬਣ ਗਈਆਂ ਸੀ ਜਾਨੀ। ਪਰ ਇਹ ਜੋ ਜੇਲ੍ਹ ਵਿੱਚ 2 ਦਿਨ ਪਹਿਲੇ ਤਖਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਸਰਦਾਰ ਰਘਬੀਰ ਸਿੰਘ ਜੀ ਅਤੇ ਉਹਨਾਂ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਜੀ ਗਏ ਅਤੇ ਉਹਨਾਂ ਨੇ ਉਹਨਾਂ ਦੀ ਭੁੱਖ ਹੜਤਾਲ ਨੂੰ ਤੜਵਾਇਆ। ਚਾਹੇ ਸਿੰਬੋਲਿਕ ਢੰਗ ਨਾਲ ਉੱਥੇ ਜੂਸ ਵਗੈਰਾ ਤੇ ਸੀ ਨਹੀਂ, ਜੇਲ੍ਹ 'ਚ ਮਿਲ ਵੀ ਨਹੀਂ ਸੀ ਸਕਦਾ, ਚਲੋ ਉਹਨਾਂ ਨੇ ਪਾਣੀ ਪਾਇਆ ਪਰ ਇਹ ਪਿਲਾਇਆ, ਪਰ ਇਹ ਪ੍ਰਕਿਰਿਆ ਸਾਰੀ ਉਹਨਾਂ ਦਾ ਭੁੱਖ ਹੜਤਾਲ ਜਾਂ ਵਰਤ ਨੂੰ ਤੜਵਾਉਣ ਦੀ ਸੀ। ਹੁਣ ਇਹਦਾ ਜੋ ਸਿੱਟਾ ਕੀ ਨਿਕਲਿਆ? ਸਿੱਟਾ ਇਹ ਨਿਕਲਿਆ ਕਿ ਜਿਹੜੀ ਇਹ ਭੁੱਖ ਹੜਤਾਲ 'ਤੇ ਜਾਣ ਦੀ ਜਿਹੜੀ ਬਿਰਤੀ ਹੈ, ਇਸ ਨੂੰ ਸਾਨੂੰ ਸਮਝਣਾ ਬੜਾ ਜ਼ਰੂਰੀ ਹੈ। ਇਹ ਭੁੱਖ ਹੜਤਾਲ ਸਿੱਖ ਸਿਧਾਂਤਾਂ ਅਤੇ ਸਿੱਖ ਰਵਾਇਤਾਂ ਦੇ ਵਿਰੁੱਧ ਹੈ। ਤੋ ਜਿਹੜਾ ਜਥੇਦਾਰ ਸਾਹਿਬ ਅੰਮ੍ਰਿਤਸਰ ਤੋਂ ਚੱਲ ਕੇ ਪਟਿਆਲਾ ਜੇਲ੍ਹ ਵਿੱਚ ਗਏ, ਉਹਨਾਂ ਨੇ ਇਹ ਜੋ ਪ੍ਰਵਿਰਤੀ ਹੈ ਜਿਹੜੀ ਕਿ ਸਿੱਖ ਇਤਿਹਾਸ ਵਿੱਚ ਕਿਤੇ ਵੀ ਨਹੀਂ ਮਿਲਦੀ, ਸਿੱਖਾਂ ਦੇ ਗ੍ਰੰਥ ਵਿੱਚ ਵੀ ਇਸ ਦੇ ਸਮਰਥਨ ਵਿੱਚ ਕੁਝ ਨਹੀਂ ਮਿਲਦਾ, ਇਸ ਨੂੰ ਉਹਨਾਂ ਨੇ ਰੈਕੋਗਨੀਸ਼ਨ ਕੀਤੀ ਹੈ, ਮਾਨਤਾ ਦਿੱਤੀ ਹੈ ਜਥੇਦਾਰ ਸਾਹਿਬ ਨੇ। ਤੁਸੀਂ ਕਹਿ ਸਕਦੇ ਹੋ ਕਿ ਪਹਿਲੇ ਵੀ ਵਰਤ ਰੱਖੇ ਗਏ, ਹੰਗਰ ਸਟ੍ਰਾਈਕ ਰੱਖੀ ਗਈ ਹੈ, ਮੈਂ ਤੁਹਾਡੇ ਨਾਲ ਸਹਿਮਤ ਹਾਂ। ਪਰ ਪਹਿਲੀ ਜੋ ਵੀ ਹੰਗਰ ਸਟ੍ਰਾਈਕ ਹੋ ਰਹੀਆਂ, ਮੈਂ ਉਹਨਾਂ ਬਾਰੇ ਅੱਗੇ ਖੋਲ੍ਹ ਰਿਹਾ, ਪੜ੍ਹਤ ਤੁਹਾਨੂੰ ਖੋਲ੍ਹ ਕੇ ਸਭ ਕੁਝ ਤੁਹਾਡੇ ਨਾਲ ਸਾਂਝਾ ਕਰਾਂਗਾ। ਤੁਸੀਂ ਯਤਨ ਕਰਿਓ ਕਿ ਬੜੇ ਸਹਿਜ ਨਾਲ ਇਹ ਸਾਰੀ ਵੀਡੀਓ ਦੇਖਿਓ ਅਤੇ ਸਮਝੋ ਕਿ ਸਿੱਖ ਕੌਮ ਵਿੱਚ ਜੋ ਇਹ ਪ੍ਰਵਿਰਤੀਆਂ ਆ ਰਹੀਆਂ ਹਨ, ਇਹ ਭਾਰਤ ਦੇ ਜਿਹੜੀ ਸਮੁੱਚੀ ਸੱਭਿਆਚਾਰ ਹੈ, ਜਿੱਦਾਂ ਕਿ ਸਿੱਖ ਧਰਮ ਦੇ ਸਕ੍ਰਿਪਚਰ ਵਿੱਚ ਕਿੱਥੇ ਵੀ ਸੰਕੇਤ ਨਹੀਂ ਮਿਲਦੇ। ਇਹ ਜੋ ਵਰਤ ਰੱਖਣਾ ਬਾਰ-ਬਾਰ ਤੀਜੀ ਵਾਰੀ ਰੱਖਿਆ ਉਹਨਾਂ ਨੇ, ਇਹਨਾਂ ਦੀ ਕੋਈ ਮਿਸਾਲ ਮੈਨੂੰ ਲੱਭ ਸਕੀ ਹੈ ਕਿ ਜਿਹੜੀ ਸਮੁੱਚੀ ਹਿੰਦੂ ਸੰਪਰਦਾਇ ਆ ਉਹਦੇ ਵਿੱਚ ਹੱਠ ਜੋਗੀ ਜੋ ਹਨ, ਉਹ ਹੱਠ ਕਰਕੇ ਆਪਣੇ ਆਪ ਨੂੰ ਭੁੱਖਾ ਰੱਖਦੇ ਹਨ ਅਤੇ ਭੁੱਖਾ ਰੱਖ ਕੇ ਉਹ ਕੋਈ ਪਾਣੀ 'ਚ ਖੜਾ ਹੋ ਜਾਂਦਾ ਹੈ 2-2 ਮਹੀਨੇ ਠੰਡੇ ਪਾਣੀ 'ਚ, ਸੋ ਸਰੀਰ ਨੂੰ ਉਹ ਆਪਣੇ ਨੂੰ ਕਸ਼ਟ ਦਿੰਦੇ ਹਨ। ਇਹ ਜੋ ਹੱਠ ਯੋਗ ਦੀ ਇੱਕ ਵੰਨਗੀ ਹੈ, ਯੋਗ ਦੀ ਇਸ ਨੂੰ ਸਾਧਨਾ ਦੀ ਵੰਨਗੀ ਕਿਹਾ ਜਾਂਦਾ ਹੈ। ਯੋਗ ਸਾਧਨਾ ਹੈ।
ਇਸ ਨਾਲ ਯੋਗੀਆਂ ਦਾ ਇਹ ਵਿਸ਼ਵਾਸ ਹੈ ਕਿ ਮਨੁੱਖ ਸੰਸਾਰਕ ਮੋਹ ਮਾਇਆ ਦੀਆਂ ਬਿਰਤੀਆਂ ਤੋਂ ਹਟ ਕੇ ਅੰਤਰਮੁਖੀ ਹੁੰਦਾ ਹੈ। ਸੋ ਗੁਰੂ ਸਾਹਿਬ ਨੇ ਤਾਂ ਸਾਨੂੰ ਵਿਵਹਾਰਕ ਜੀਵਨ 'ਚ ਰਹਿਣ ਲਈ ਪ੍ਰੇਰਿਤ ਕੀਤਾ, ਔਰ ਉਹਨਾਂ ਨੇ ਜਿਹੜੀਆਂ ਮਨੁੱਖ ਦੀਆਂ ਕਾਮ, ਕ੍ਰੋਧ, ਮੋਹ, ਲੋਭ, ਹੰਕਾਰ ਦੀਆਂ ਪ੍ਰਵਿਰਤੀਆਂ ਤੁਸੀਂ ਜਪਜੀ ਸਾਹਿਬ ਵਿੱਚ ਰੋਜ਼ ਹੀ ਪੜ੍ਹਦੇ ਹੋਣੇ ਹੋ, ਉਹਨਾਂ ਉੱਪਰ ਕੰਟਰੋਲ ਕਰਨ ਨੂੰ ਕਿਹਾ। ਉਹਨਾਂ ਨੇ ਵਿਵਹਾਰਕ ਜੀਵਨ ਨੂੰ, ਸੰਸਾਰਕ ਜੀਵਨ ਨੂੰ ਤਿਆਗਣ ਲਈ ਨਹੀਂ ਕਿਹਾ। ਸੋ ਉਹਨਾਂ ਨੇ ਸਾਨੂੰ ਇੱਕ ਬਹੁਤ ਵੱਡਾ ਸੰਕਲਪ ਦਿੱਤਾ ਹੈ ਵੀ ਜੋ ਵੀ ਗੁਰੂ ਦਾ ਸਿੱਖ ਹੈ ਜਾਂ ਸਿੱਖ ਹੈ, ਗੁਰਮੁਖ ਹੈ, ਉਹ ਵਿਵਹਾਰਕ ਜੀਵਨ ਵਿੱਚ, ਸੰਸਾਰਕ ਜੀਵਨ ਵਿੱਚ ਰਹੇਗਾ। ਹੁਣ ਗੱਲ ਇਹ ਆਉਂਦੀ ਹੈ ਕਿ ਜਦੋਂ ਸਾਡੇ ਜਥੇਦਾਰ ਸਾਹਿਬ ਇੱਦਾਂ ਦੀ ਜਿਹੜੀ ਹੈਗੀ ਹੈ ਪ੍ਰਵਿਰਤੀ, ਉਸ ਨੂੰ ਜਾ ਕੇ ਪਾਣੀ ਪਿਲਾ ਕੇ ਉਸ ਦਾ ਵਰਤ ਤੋੜਦੇ ਹਨ, ਤਾਂ ਇਸ ਨੂੰ ਹੋਰ ਰੈਕੋਗਨੀਸ਼ਨ ਦਿੰਦੇ ਹਨ, ਜਿਹੜੀ ਕਿ ਸਿੱਖ ਅਸੂਲਾਂ ਦੇ ਵਿਰੁੱਧ ਹੈ। ਔਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਸ ਵਿੱਚ ਨਹੀਂ ਸੀ ਪੈਣਾ ਚਾਹੀਦਾ, ਕਿਉਂਕਿ ਪਹਿਲੇ ਵੀ SGPC ਤੋਂ ਗਲਤੀ ਹੋਈ ਹੈ। ਉਸ ਗਲਤੀ ਦਾ ਮੈਂ ਬਾਅਦ 'ਚ ਬਿਆਨ ਦੱਸਦਾ। ਮੈਂ ਪਹਿਲੇ ਜਿਹੜੀਆਂ ਸਾਡੇ ਮਰਨ ਵਰਤ ਤੇ ਹੋਰ ਜੋ ਸਾਡੇ ਸਿੱਖ ਸਮਾਜ ਵਿੱਚ ਘਟਨਾਵਾਂ ਵਾਪਰੀਆਂ ਇਤਿਹਾਸ 'ਚੋਂ, ਮੈਂ ਤੁਹਾਡੇ ਨਾਲ ਪਹਿਲੇ ਉਹ ਸਾਂਝੀਆਂ ਕਰਨਾ ਚਾਹੁੰਦਾ। ਦਰਸ਼ਨ ਸਿੰਘ ਫੇਰੂਮਾਨ ਜੀ ਨੇ ਅਰਦਾਸ ਕਰਕੇ ਉਹਨਾਂ ਨੇ ਮਰਨ ਵਰਤ ਰੱਖਿਆ ਸੀ ਅਤੇ ਉਹ ਮਰ ਗਏ, ਔਰ ਸਰਦਾਰ ਕਪੂਰ ਸਿੰਘ ਜੀ ਨੇ ਉਹਨਾਂ ਨੂੰ ਸਿੱਖ ਕੌਮ ਦਾ ਸ਼ਹੀਦ ਦਾ ਰੁਤਬਾ ਵੀ ਦਿੱਤਾ। ਸੋ ਇਸ ਤੋਂ ਇਲਾਵਾ ਮੇਰੇ ਕੋਲ ਹੋਰ ਵੀ ਮਿਸਾਲਾਂ ਮੈਂ ਤੁਹਾਡੇ ਨਾਲ ਇਸ ਲਈ ਸਾਂਝੀਆਂ ਕਰ ਰਿਹਾ ਕਿ ਅਸੀਂ ਇਸ ਮੁੱਦੇ 'ਤੇ ਮੁੜ ਸਿਰੋਂ ਵਿਚਾਰ ਕਰੀਏ ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਹੋਰ ਵੀ ਤਖਤਾਂ ਦੇ ਜੋ ਜਥੇਦਾਰ ਹੈ, ਈਵਨ ਜਿਹੜੀ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਉਸ ਨੂੰ ਵੀ ਇਹੋ ਜਿਹੇ ਜੋ ਬਿਰਤੀਆਂ ਉਹਨਾਂ ਤੋਂ ਆਪਣੇ ਆਪ ਨੂੰ ਵਰਜਿਤ ਰੱਖਣਾ ਚਾਹੀਦਾ, ਪਰੇ ਰੱਖਣਾ ਚਾਹੀਦਾ। ਮਾਸਟਰ ਤਾਰਾ ਸਿੰਘ ਜੀ ਨੇ ਵੀ ਵਰਤ ਰੱਖਿਆ ਸੀ, ਲੰਬਾ ਵਰਤ ਸੀ, ਪਰ ਜਦੋਂ ਉਹਨਾਂ ਨੇ ਵਰਤ ਤੋੜ ਦਿੱਤਾ ਤਾਂ ਉਸ ਤੋਂ ਬਾਅਦ ਉਹਨਾਂ ਦੀ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਵੀ ਗਈ। ਫਿਰ ਮੈਂ ਤੁਹਾਨੂੰ ਦੱਸਦਾ, ਸੰਤ ਫਤਿਹ ਸਿੰਘ ਜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੀ, ਪੰਜਾਬੀ ਸੂਬੇ ਦਾ ਮੋਰਚਾ ਸੀ, ਕੇਂਦਰ ਬਣਾ ਨਹੀਂ ਸਿਰਿਆ। ਉਹਨਾਂ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਕੰਪਾਊਂਡ ਵਿੱਚ, ਜਿਹੜੀ ਗੋਲਡਨ ਟੈਂਪਲ ਦਾ ਕੰਪਾਊਂਡ ਹੈ, ਸਰੋਵਰਾਂ ਦੇ ਆਸ-ਪਾਸ ਅਗਨੀ ਕੁੰਡ ਬਣਾਇਆ ਅਤੇ ਉਹਨਾਂ ਨੇ ਕਿਹਾ ਕਿ ਮੈਂ ਆਪਣੇ ਆਪ ਨੂੰ ਅਗਨੀ ਦੇ ਭੇਟ ਕਰ ਦਿਆਂਗਾ ਜੇਕਰ ਇਹ ਨਹੀਂ ਬਣਦਾ ਪੰਜਾਬੀ ਸੂਬਾ। ਉਹਨਾਂ ਨੇ ਆਪਣੇ ਆਪ ਨੂੰ ਅਗਨੀ ਭੇਟ ਨਹੀਂ ਕੀਤਾ। ਬੜੀ ਆਲੋਚਨਾ ਹੋਈ ਵੀ ਇਹ ਤੇ ਕਿਹੜੀਆਂ ਪਰੰਪਰਾਵਾਂ ਨੂੰ ਅਸੀਂ ਦਰਬਾਰ ਸਾਹਿਬ ਵਿੱਚ ਲਿਆ ਰਹੇ ਹਾਂ, ਤਾਂ ਅਗਨੀ ਕੁੰਡ ਤੋੜ ਦਿੱਤੇ ਗਏ। ਸੋ ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਜਿਸ ਪ੍ਰਕਾਰ ਜਥੇਦਾਰ ਸਾਹਿਬ ਜੀ ਤੇ ਨਾਲ ਉਹਨਾਂ ਦੇ ਹਰਜਿੰਦਰ ਸਿੰਘ ਧਾਮੀ ਜੀ ਗਏ ਹਨ, ਇਸ ਸਿੱਖ ਕੌਮ ਨੂੰ ਇਹਨਾਂ ਤੋਂ ਸੁਚੇਤ ਹੋਣਾ ਚਾਹੀਦਾ। ਹੁਣ ਗੱਲ ਇਹ ਆ ਗਈ ਕਿ ਉਹਨਾਂ ਨੂੰ ਸਜ਼ਾ ਜਿਹੜੀ ਹੈ ਉਹ ਫਾਂਸੀ ਦੀ ਹੋਈ ਸੀ, ਲੇਕਿਨ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਨੇ ਉਹਨਾਂ ਦੀ ਸਜ਼ਾ ਘਟਾ ਕੇ ਉਮਰ ਦੀ ਕੈਦ ਕਰਤੀ ਅਤੇ ਕੇਸ ਰਾਸ਼ਟਰਪਤੀ ਨੂੰ ਭੇਜਤਾ। ਹੁਣ ਉਹ ਕੇਸ ਹੋਮ ਮਿਨਿਸਟਰ ਦੇ ਦਫ਼ਤਰ ਵਿੱਚ ਖੁੱਡੇ ਲਾਈਨ ਲੱਗਿਆ ਪਿਆ। ਇੱਥੇ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਜਿਹੜਾ ਨੈਚੁਰਲ ਜਸਟਿਸ ਹੈ ਉਹ ਇਹ ਦੱਸਦਾ ਹੈ ਕਿ ਕਿਸੇ ਵੀ ਮੁਜਰਮ ਨੂੰ, ਚਾਹੇ ਉਹ ਕਾਤਲ ਹੈ, ਉਹਨੂੰ ਦੋ ਸਜ਼ਾਵਾਂ ਨਹੀਂ ਹੋ ਸਕਦੀਆਂ। ਉਹਨਾਂ ਨੇ 28 ਸਾਲ ਦੀ ਕੈਦ ਭੋਗ ਲਈ ਹੈ।
ਹੁਣ ਉਹਨਾਂ ਨੂੰ ਫਾਂਸੀ ਤਾਂ ਹੋ ਹੀ ਨਹੀਂ ਸਕਦੀ, ਕਿਸੇ ਤਰ੍ਹਾਂ ਵੀ ਨਹੀਂ ਹੋ ਸਕਦੀ। ਇਹ ਹਿਊਮਨ ਰਾਈਟਸ ਦੀ ਬੜੀ ਵੱਡੀ ਵਾਇਲੇਸ਼ਨ ਹੋਏਗੀ ਅਤੇ ਕੋਈ ਵੀ ਕੋਰਟ ਉਹਨਾਂ ਨੂੰ ਫਾਂਸੀ ਦੀ ਤਖਤੇ 'ਤੇ ਲਟਕਾਉਣ ਨੂੰ ਤਿਆਰ ਨਹੀਂ ਹੋਏਗੀ। ਇਹ ਤੁਸੀਂ ਮੇਰੀ ਗੱਲ 'ਤੇ ਸੁਣ ਰਹੇ ਹੋ, ਤੁਸੀਂ ਆਪਣੇ ਆਸ-ਪਾਸ ਵਕੀਲਾਂ ਤੋਂ ਵੀ ਪੁੱਛ ਸਕਦੇ ਹੋ। ਸੋ ਹੁਣ ਸਵਾਲ ਇਹ ਹੈ ਕਿ ਉਹਨਾਂ ਨੇ 28 ਸਾਲ ਉਹਨਾਂ ਨੂੰ ਜੇਲ੍ਹ ਵਿੱਚ ਹੋ ਗਿਆ ਅਤੇ 17 ਸਾਲ ਉਹਨਾਂ ਨੂੰ ਫਾਂਸੀ ਦੀ ਚੱਕੀ, ਜਿਹੜੀ 8x8 ਦੀ ਕੋਠੀ ਆ, ਉਹਦੇ ਵਿੱਚ ਉਹ ਰਹਿ ਰਹੇ ਹਨ। ਬੜਾ ਔਖਾ ਸਮਾਂ ਮੈਂ ਉਹਨਾਂ ਦੀ ਜਿਹੜੀ ਜਿਸ ਤਰ੍ਹਾਂ ਉਹਨਾਂ ਨੂੰ ਤਸੀਹੇ ਆਪਣੇ ਆਪ ਨੂੰ ਉਸ ਕੋਠੜੀ 'ਚ ਰਹਿਣ ਕਰਕੇ ਮਿਲ ਰਹੇ ਹਨ, ਉਸ ਨਾਲ ਮੈਂ ਉਹਨਾਂ ਦੇ ਦੁੱਖ ਨਾਲ ਸਹਿਮਤ ਹਾਂ। ਉਹਨਾਂ ਨੇ ਇਹ ਕਿਹਾ ਵੀ ਤੁਸੀਂ ਆਪਣੀ ਅਪੀਲ ਵਾਪਸ ਲੈ ਲਏ SGPC। ਉਹਨਾਂ ਨੇ ਭੁੱਖ ਹੜਤਾਲ ਤਾਂ ਰੱਖੀ ਤਾਂ ਜੇ ਮੈਂ ਇਸ ਸੰਸਾਰ 'ਚੋਂ ਰੱਬ ਦੇ ਸੰਸਾਰ ਵਿੱਚ ਚਲਾ ਜਾਵਾਂ। ਉਹਨਾਂ ਨੇ ਜਿਹੜੀ ਆਖਰੀ ਚਿੱਠੀ ਉਹਨਾਂ ਦੀ ਭੈਣ ਕਮਲਦੀਪ ਕੌਰ ਲੈ ਕੇ ਆਈ ਹੈ, ਉਹਦੇ ਵਿੱਚ ਇਹ ਲਿਖਿਆ ਹੋਇਆ। ਹੁਣ ਸਵਾਲ ਹੈ ਵੀ ਇੱਕ ਬੰਦਾ ਕੌਮ ਦਾ ਸੂਰਮਾ ਅਤੇ ਸਟੇਟ ਦਾ ਸੂਬੇਦਾਰ ਹੀ ਹੁੰਦਾ ਹੈ। ਚੀਫ ਮਿਨਿਸਟਰ ਬਿਆਨ ਸਿੰਘ ਸੀ ਸਨ। ਤੋ ਜਿਹੜੀ ਸਟੇਟ ਹੈ ਪੰਜਾਬ ਬਾਕੀ ਸਟੇਟਾਂ ਵਰਗੀ ਇੱਕ ਸਟੇਟ ਹੈ, ਪਰ ਜਿਹੜੀ ਸਟੇਟ ਹੈ ਉਹ ਇੰਡੀਆ ਹੈ। ਸੋ ਸਟੇਟ ਨਾਲ ਸਿੱਖਾਂ ਨੇ ਲੜਾਈ ਲੜੀ, ਜਿਸ ਨੂੰ ਕਿ ਜੋ ਵੀ ਲੜਾਈ ਨੂੰ ਜਿਸ ਤਰ੍ਹਾਂ ਵੀ ਅੰਜਾਮ ਦਿੱਤਾ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ, ਤੋ ਸਟੇਟ ਨੇ ਵੀ ਅੱਗੋਂ ਕੋਈ ਲਿਹਾਜ਼ ਨਹੀਂ ਕੀਤਾ। ਉਹਨਾਂ ਨੇ ਵੀ ਫੌਜ ਭੇਜ ਕੇ ਚੜ੍ਹਾਈ ਕਰ ਦਿੱਤੀ। ਤੋ 400, 500, 300, 200 ਕੁਛ ਨਹੀਂ ਪਤਾ ਅੰਦਰ ਕਿੰਨੇ ਸੂਰਮੇ ਸੀ ਜੋ ਲੜੇ, ਜੋ ਸ਼ਸਤਰਧਾਰੀ ਸੀ, ਇਹਨਾਂ ਕੋਲ ਆਰਮ ਸੀਗੇ ਹਰ ਕਿਸਮ ਦੇ। ਤੋ ਸਟੇਟ ਨੇ ਉਹ ਸਾਰੇ ਖਤਮ ਕਰਤੇ। ਉਹ ਹੋਣਾ ਹੀ ਸੀ, ਇੱਕ ਪਾਸੇ 12 ਲੱਖ ਫੌਜ ਹੈ, ਇੱਕ ਪਾਸੇ 400-500 ਸੂਰਮਿਆਂ, ਪਰ ਉਹਨਾਂ ਸੂਰਮਿਆਂ ਦੇ ਨਾਲ ਕਈ ਇਨੋਸੈਂਟ ਸਿੰਘ ਸਿੰਘਣੀਆਂ ਬੱਚੇ ਵੀ ਮੈਂ ਕਹਾਂਗਾ ਸ਼ਹੀਦ ਹੀ ਕਰਵਾਤੇ ਹੋ ਗਏ। ਹੁਣ ਸਵਾਲ ਹੈ ਕਿ ਤੁਸੀਂ ਸੂਰਮਾ ਬਣ ਕੇ ਤੇ ਪਹਿਲੇ ਸੂਰਮੇ ਵਾਲੀ ਪੋਪੂਲੈਰਿਟੀ ਗੇਨ ਕਰਦੇ ਹੋ ਕਿ ਤੁਸੀਂ ਕੇਂਦਰ ਦੇ ਇੱਥੇ ਜਿਹੜਾ ਏਜੰਟ ਬੈਠਦਾ ਚੀਫ ਮਿਨਿਸਟਰ, ਉਸ ਨੂੰ ਤੁਸੀਂ ਸਜ਼ਾ ਦੇ ਦਿੱਤੀ ਕਿਉਂਕਿ ਉਹ ਫੇਕ ਐਨਕਾਊਂਟਰਾਂ ਵਿੱਚ ਨੌਜਵਾਨ ਮੁੰਡਿਆਂ ਨੂੰ ਮਾਰਨ ਦੀ KPS ਗਿੱਲ ਨੂੰ, ਜੋ ਉਸ ਵੇਲੇ ਮੈਂ DGP ਸੀ, ਨੂੰ ਖੁੱਲ੍ਹੀ ਛੁੱਟੀ ਦਿੱਤੀ ਹੋਈ ਸੀ। ਸੋ ਇਲਜ਼ਾਮ ਦੋਨਾਂ 'ਤੇ ਹੈ ਕਿਉਂਕਿ ਮੁੱਖ ਮੰਤਰੀ ਬਣੇ ਉਹ 4-5% ਵੋਟਾਂ ਜਾਂ 7-8% ਵੋਟਾਂ ਨਾਲ। ਉਹਨਾਂ ਦੇ ਕਈ ਕੈਂਡੀਡੇਟ 5-5 ਵੋਟਾਂ ਨਾਲ ਵੀ ਜਿੱਤੇ, 43 ਨਾਲ ਵੀ ਜਿੱਤੇ, ਪਰ ਬਿਆਨ ਸਿੰਘ ਨੂੰ ਜਿਹੜੀਆਂ ਵੋਟਾਂ ਪਈਆਂ ਉਹ ਜਲੰਧਰ ਕੈਂਟ ਤੋਂ ਲੜੇ, ਨਾਲ ਹੀ ਉਹ ਪਾਇਲ ਕਾਂਸਟੀਚੁਐਂਸੀ 'ਚੋਂ ਲੜੇ, ਜਿਹੜੀ ਉਹਨਾਂ ਦੀ ਅਸਲੀ ਕਾਂਸਟੀਚੁਐਂਸੀ ਹੈ। ਸੋ 2 ਕਾਂਸਟੀਚੁਐਂਸੀਆਂ 'ਚੋਂ ਉਹ ਲੜੇ। ਉਹਨਾਂ ਨੂੰ ਇੰਨਾ ਡਰ ਸੀ ਕਿ ਮੈਂ ਪਾਇਲ ਤੋਂ ਹਾਰ ਨਾ ਜਾਵਾਂ, ਅਤੇ ਜਲੰਧਰ ਕੈਂਟ ਜਿਹੜੀ ਪੱਕੀ ਕਾਂਗਰਸ ਦੀ ਸੀਟ ਸੀ ਕਿਉਂਕਿ ਉੱਥੇ ਫੌਜੀਆਂ ਦੀਆਂ ਬਹੁਤ ਵੋਟਾਂ, ਉੱਥੋਂ ਵੀ ਲੜੇ ਅਤੇ ਉਹ ਜਿੱਤ ਗਏ। ਸਵਾਲ ਇਹ ਇੱਕ ਪਾਸੇ ਤੇ ਬਲਵੰਤ ਸਿੰਘ ਰਾਜੋਆਣਾ ਸਿੱਖ ਕੌਮ ਦਾ ਸੂਰਮਾ ਬਣਦੇ ਅਤੇ ਸੂਰਮਗਤੀ ਦੀ ਜਿਹੜੀ ਵਾਹ ਹੈ, ਠੁੱਕ ਹੈ, ਉਸ ਦਾ ਆਨੰਦ ਵੀ ਲੈਂਦੇ ਨੇ, ਸਜ਼ਾ ਵੀ ਭੋਗ ਰਹੇ ਨੇ, ਉਹ ਵੀ ਬੜੀ ਦੁੱਖ ਭਰੀ ਹੈ। ਪਰ ਦੂਜੇ ਪਾਸੇ ਉਸੇ ਸਟੇਟ ਅੱਗੇ ਤੁਸੀਂ ਝੁਕਦੇ ਹੋ ਅਤੇ ਰਹਿਮ ਦੀ ਤੁਸੀਂ ਅਪੀਲ ਕਰਦੇ ਹੋ। ਚਾਹੇ ਰਾਜੋਆਣਾ ਜੀ ਨੇ ਰਹਿਮ ਦੀ ਅਪੀਲ ਆਪ ਨਹੀਂ ਕੀਤੀ, ਉਹਨਾਂ ਕੋਲ ਇੱਕ ਪੁਆਇੰਟ ਹੈਗਾ ਜਿੱਥੇ ਕਿ ਉਹ ਆਪਣਾ ਬਚਾਅ ਕਰ ਸਕਦੇ ਨੇ ਕਿ ਮੈਂ ਕਿਸੇ ਤੋਂ ਤਰਸ ਦੀ, ਰਹਿਮ ਦੀ ਅਪੀਲ ਨਹੀਂ ਕੀਤੀ, ਮੈਂ ਕੋਈ ਕਾਗਜ਼ ਨਹੀਂ ਲਿਖਿਆ। ਮੈਂ ਤਾਂ ਕਹਿੰਦਾ ਉਹ ਬਾਰ-ਬਾਰ ਕਹਿ ਰਹੇ ਨੇ ਵੀ ਮੈਨੂੰ ਫਾਂਸੀ ਦਿਓ, ਕਹਾਣੀ ਖਤਮ ਕਰੋ, ਮੈਂ ਰੱਬ ਕੋਲ ਜਾਵਾਂ। ਸੋ ਜਿਹੜੀ SGPC ਨੇ ਅਕਾਲ ਤਖਤ ਦੇ ਜਥੇਦਾਰ ਸਾਹਿਬ 'ਤੇ ਕਹਿਣ 'ਤੇ, ਉਹਨਾਂ ਦੇ ਨਿਰਦੇਸ਼ਨ 'ਤੇ, ਆਦੇਸ਼ਾਂ 'ਤੇ ਜਿਹੜੀ
ਅਪੀਲ ਕੀਤੀ ਹੈ ਮਰਸੀ, ਕੀ ਉਹ ਕਰਨੀ ਚਾਹੀਦੀ ਸੀ SGPC ਨੂੰ? ਮਤਲਬ ਇੰਨੀ ਜ਼ਿਆਦਾ ਪੋਲੀਟਿਕਸ ਹੈ ਜਿਹੜੀ ਬੰਦੀ ਸਿੰਘਾਂ ਦੇ ਆਸ-ਪਾਸ ਸ਼੍ਰੋਮਣੀ ਅਕਾਲੀ ਦਲ ਬਾਦਲ ਖੇਡ ਰਿਹਾ ਪਿਛਲੇ 20 ਸਾਲਾਂ ਦੀ। ਉਹਨਾਂ ਦਾ 10 ਸਾਲ ਰਾਜ ਵੀ ਰਿਹਾ ਪੰਜਾਬ 'ਚ, ਉਹਨਾਂ ਦੇ ਰਾਜ ਵਿੱਚ BJP ਵੀ ਨਾਲ ਸੀ, ਪਰ ਉਹਨਾਂ ਨੇ ਕਦੀ ਵੀ ਕੇਂਦਰ ਨੂੰ ਇਹ ਨਹੀਂ ਭੇਜਿਆ ਲਿਖ ਕੇ ਵੀ ਇਹਨਾਂ ਨੂੰ ਤੁਸੀਂ ਰਿਹਾਈਆਂ ਕਰ ਦਿਓ, ਇਹਨਾਂ ਦੀ ਜਿਹੜੀ ਕੈਦ ਹੈ ਇਸ ਨੂੰ ਘਟਾ ਦਿਓ। ਹੁਣ ਆ ਗਈ ਗੱਲ ਕਿ ਇਹ ਜਿਹੜੀ ਮੈਂ ਗੱਲ ਇਹ ਕਹੀਏ, ਇਹੀ ਗੱਲ ਬੀਬੀ ਕਿਰਨਜੋਤ ਕੌਰ ਜਿਹੜੇ ਕਿ SGPC ਦੇ ਮੈਂਬਰ ਹਨ ਤੇ ਮਾਸਟਰ ਤਾਰਾ ਸਿੰਘ ਜੀ ਦੀ ਦੋਹਤੀ ਹਨ, ਉਹਨਾਂ ਨੂੰ ਕਮਲਦੀਪ ਕੌਰ ਨੇ ਇਹ ਮੇਣਾ ਮਾਰਿਆ, ਤੰਜ ਕੱਸਿਆ ਬਈ ਤੁਹਾਡੀ ਤੇ ਸਰਕਾਰ ਰਹੀ ਹੈ ਤੇ ਤੁਸੀਂ 10 ਸਾਲ ਕੁਝ ਨਹੀਂ ਕੀਤਾ। ਖੈਰ ਕਿਰਨਜੋਤ ਕੌਰ ਜੀ ਉਹਦੇ ਵਿੱਚ ਕੁਝ ਵੀ ਨਹੀਂ ਸੀ ਕਰ ਸਕਦੇ, ਕਿਉਂਕਿ ਉਹਨਾਂ ਦੀ ਤੇ ਆਪਣੀ ਕੋਈ ਬਹੁਤੀ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਮੈਂ ਕਹਿ ਦਿਆਂ ਕਿ ਉਹਨਾਂ ਦੇ ਚੰਗੇ ਸੰਬੰਧ ਨਹੀਂ। ਸਿਰਫ ਇਹ ਹੈ ਕਿ ਕਿਉਂਕਿ ਉਹ ਮਾਸਟਰ ਤਾਰਾ ਸਿੰਘ ਦੀ ਦੋਹਤੀ ਹਨ ਤੇ ਉਹਨਾਂ ਨੂੰ ਟਿਕਟ ਵੀ ਦੇ ਦਿੱਤੀ ਜਾਂਦੀ ਹੈ ਤੇ ਉਹ ਕਦੀ ਜਨਰਲ ਸੈਕਟਰੀ ਵੀ ਰਹੇ ਹਨ SGPC। ਬਾਈ ਇੰਨੀ ਕੀ ਗੱਲ। ਸੋ ਜਿਹੜਾ ਤੰਜ ਕੱਸਿਆ ਕਮਲਦੀਪ ਕੌਰ ਨੇ, ਜੋ ਮੂੰਹ ਬੋਲੀ ਭੈਣ ਹਨ ਬਲਵੰਤ ਸਿੰਘ ਰਾਜੋਆਣਾ ਦੀ, ਉਹ ਤੰਜ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਕੱਟਿਆ। ਸੁਖਬੀਰ ਸਿੰਘ ਜੋ ਡਿਪਟੀ ਚੀਫ ਮਿਨਿਸਟਰ ਰਹੇ, ਉਹਨਾਂ ਤੇ ਤੰਜ ਕੱਸਿਆ। ਸੋ ਮੈਂ ਨਿਚੋੜ ਇਹ ਕੱਢਿਆ ਕਿ ਜੋ ਅਕਾਲ ਤਖਤ ਦੇ ਜਥੇਦਾਰ ਸਾਹਿਬ ਹਨ, ਉਹ ਸਿੱਖ ਕੌਮ ਦੇ ਜਥੇਦਾਰ ਹਨ, ਉਹ ਸ਼੍ਰੋਮਣੀ ਅਕਾਲੀ ਦਲ ਦੇ ਜਥੇਦਾਰ ਨਹੀਂ। ਚਾਹੇ ਨਿਯੁਕਤੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੀ ਕਰਦਾ, SGPC ਦੇ ਥਰੂ ਕਰਵਾਉਂਦਾ ਹੈ, ਪਰ ਜਦੋਂ ਉਹ ਅਕਾਲ ਤਖਤ ਤੇ ਬੈਠ ਜਾਂਦੇ ਨੇ ਜਾ ਕੇ ਜਥੇਦਾਰ ਸਾਹਿਬ, ਤਾਂ ਉਹ ਸਾਰੀ ਕੌਮ ਦੇ ਹੁੰਦੇ ਨੇ। ਸੋ ਇਹ ਜਿਹੜਾ ਨਵੀਂ ਸਿਆਸਤ ਜਥੇਦਾਰ ਦੀ ਸਮਰਥਨ ਨਾਲ ਖੇਡੀ ਜਾ ਰਹੀ ਹੈ, ਇਹ ਸਾਰੀ ਸਿਆਸਤ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਮੁੜ ਸੁਰਜੀਤ ਕਰਨ ਦੀ ਯਤਨਾਂ ਨਾਲ ਕੀਤੀ ਜਾ ਰਹੀ ਹੈ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਉਹਦੇ ਟੂਲ ਬਣ ਰਹੇ ਨੇ। ਉਹਨਾਂ ਦਾ ਜੇਲ੍ਹ 'ਚ ਜਾਣਾ ਵੀ ਠੀਕ ਨਹੀਂ। ਹੁਣ ਉਹਨਾਂ ਨੇ ਜਿਹੜੀ ਨਵੀਂ ਕਮੇਟੀ 5 ਮੈਂਬਰੀ ਬਣੀ ਹੈ ਉਹਨਾਂ ਦੇ, ਉਹਦੇ ਵਿੱਚ ਵੀ ਜੋ ਸਿਆਸੀ ਬੰਦੇ ਪਾਏ ਨੇ ਉਹਨਾਂ ਨੇ, ਯਾਨੀ ਕਿ ਜੋ ਵਲਟੋਏ ਨੂੰ ਮੈਂਬਰ ਬਣਾਇਆ ਉਹਦੇ ਤੇ ਇਤਰਾਜ਼ ਵੀ ਕੀਤਾ ਹਰਮੀਤ ਸਿੰਘ ਕਾਲਕਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੀ ਨੇ ਕਿ ਸਿਆਸੀ ਬੰਦਾ ਇਹਨੂੰ ਬਾਹਰ ਕੱਢੋ। ਸੋ ਇਹ ਜਿਹੜਾ ਉਹਦੇ ਵਿੱਚ ਹੁਣ ਅਜੀਤ ਸਮੂਹ ਦੇ ਚੀਫ ਐਡੀਟਰ ਮੁੱਖ ਸੰਪਾਦਕ ਸਰਦਾਰ ਬਰਿੰਜਿੰਦਰ ਸਿੰਘ ਜੀ ਨੂੰ ਵੀ ਪਾਇਆ ਗਿਆ। ਉਹ ਕਮੇਟੀ ਕਿੰਨੀ ਕੁ ਕਾਮਯਾਬ ਹੁੰਦੀ ਹੈ ਪਰ ਮੈਨੂੰ ਨਹੀਂ ਪਤਾ, ਪਰ ਉਹਦੇ 'ਚ 2 ਬੜੇ ਮਹੱਤਵਪੂਰਨ ਮੈਂਬਰ ਹਨ, ਇੱਕ ਸਰਦਾਰ ਬਰਜਿੰਦਰ ਸਿੰਘ ਜੀ ਤੇ ਇੱਕ ਹਰਮੀਤ ਸਿੰਘ ਕਾਲਕਾ ਜੀ। ਕਾਲਕਾ ਜੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਨ ਤੇ ਅੱਜ ਕੱਲ੍ਹ ਉਹਨਾਂ ਦੀ ਜਿਹੜੀ ਨੇੜਤਾ ਹੈ ਉਹ ਹੈ BJP ਨਾਲ ਸਿੱਧੀ। ਸੋ ਜੇ ਸਰਦਾਰ ਬਰਜਿੰਦਰ ਸਿੰਘ ਵੀ ਮੁੱਖ ਮੰਤਰੀ ਨੂੰ 2 ਮਹੀਨੇ ਪਹਿਲੇ ਮਿਲ ਕੇ ਆਏ ਤੇ ਉਹਨਾਂ ਦੀ ਅਖਬਾਰ ਵਿੱਚ ਜੋ ਰਿਪੋਰਟਿੰਗ ਹੈ ਤੇ ਜੋ ਐਡੀਟੋਰੀਅਲ ਦੇਖਣ ਨੂੰ ਪੜ੍ਹਨ ਨੂੰ ਮਿਲਦੇ, ਉਹਦੇ ਵਿੱਚ ਉਹ BJP ਦੀ ਬੜੀ ਉਹਨਾਂ ਦੀ ਜਿਹੜੀ ਕਹੀਏ ਟੈਨਰ ਐਂਡ ਟੋਨ ਹੈ ਉਹ ਪ੍ਰੋ BJP ਹੈ ਅਤੇ ਉਹ ਦੇਸ਼ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਨੂੰ ਟਾਈਮ ਲੈ ਕੇ ਮਿਲ ਕੇ ਵੀ। ਸੋ ਹੁਣ ਜੇਕਰ BJP ਨੇ ਸ਼੍ਰੋਮਣੀ ਅਕਾਲੀ ਦਲ ਨਾਲ ਅਗਲੀਆਂ ਚੋਣਾਂ 'ਚ ਸਲਾਇੰਸ ਕਰਕੇ ਚੋਣ ਲੜਨੀ ਹੈ ਤਾਂ ਇਹ ਜਿਹੜੀ ਕਮੇਟੀ ਹੈ ਇਹਦੀ ਉਹ
ਟਾਲਮ ਟੋਲ ਕਰਕੇ ਗੱਲ ਮੰਨ ਕੇ ਉਸ ਦੀ ਸਜ਼ਾ ਨੂੰ ਘਟਾਉਣ ਦੇ ਆਦੇਸ਼ ਤੇ ਨਹੀਂ ਦੇ ਸਕਦੇ, ਕਿਉਂਕਿ ਉਹਨਾਂ ਦਾ ਜੋ ਵਕੂਆ ਹੈ ਉਹ ਚੰਡੀਗੜ੍ਹ 'ਚ ਹੈ, ਜਿੱਥੇ ਉਹਨਾਂ ਨੇ ਕਤਲ ਕੀਤਾ ਬਿਆਨ ਸਿੰਘ ਦਾ। ਪੰਜਾਬ ਸੈਕਟਰੀਏਟ ਦੀ ਜਿਹੜੀ ਬਿਲਡਿੰਗ ਹੈ ਉਹਦੇ ਐਂਟਰੀ ਦੇ ਬਾਹਰ ਉਹਨਾਂ ਨੂੰ ਅਸੈਸੀਨੇਟ ਕੀਤਾ ਗਿਆ। ਤੋ ਇਹ ਜੋ ਹੈ ਯੂਨੀਅਨ ਟੈਰੀਟਰੀ ਆਫ ਚੰਡੀਗੜ੍ਹ, ਉਹਦੇ ਅੰਦਰ ਵਕੂਆ ਬਣਦਾ ਅਤੇ ਉਹਨਾਂ ਦੀ ਸਜ਼ਾ ਘਟਾਉਣ ਲਈ ਜੋ ਪੰਜਾਬ ਦੇ ਗਵਰਨਰ ਹਨ ਬਨਵਾਰੀ ਲਾਲ ਪ੍ਰੋਹਤ ਜੀ, ਉਹ ਚੰਡੀਗੜ੍ਹ ਦੇ ਐਡਮਿਨਿਸਟ੍ਰੇਟਰ ਵੀ ਹਨ। ਸੋ ਉਹ ਰਿਕਮੈਂਡ ਕਰਕੇ ਭੇਜ ਸਕਦੇ ਹਨ। ਉਹਨਾਂ ਕੋਲ ਐਜ਼ ਏ ਐਡਮਿਨਿਸਟ੍ਰੇਟਰ ਕੋਈ ਪਾਵਰ ਨਹੀਂ, ਗਵਰਨਰ ਕੋਲ ਤਾਂ ਹੁੰਦੀ ਹੈ, ਉਹਨਾਂ ਕੋਲ ਕੋਈ ਪਾਵਰ ਨਹੀਂ। ਉਹ ਰਿਕਮੈਂਡ ਕਰਕੇ ਅਤੇ ਹੋਮ ਮਿਨਿਸਟਰੀ ਨੂੰ ਭੇਜ ਸਕਦੇ, ਅਤੇ ਹੋਮ ਮਿਨਿਸਟਰੀ ਰਿਕਮੈਂਡ ਕਰਕੇ ਉਹਨਾਂ ਦੀ ਕੈਦ ਖਤਮ ਵੀ ਕਰ ਸਕਦੀ ਹੈ, ਬਿਲਕੁਲ ਰਿਹਾਈ ਕਰ ਸਕਦੀ ਹੈ, ਜਾਂ ਸਜ਼ਾਏ ਮੌਤ ਤੋਂ ਉਹਨਾਂ ਦੀ ਘਟਾ ਕੇ ਸਜ਼ਾਏ ਲਾਈਫ ਇੰਪ੍ਰਿਜ਼ਨਮੈਂਟ ਵੀ ਕਰ ਸਕਦੀ। ਇੱਥੇ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਕਿ ਇਹ ਸਾਰਾ ਕੁਝ ਸਿਆਸੀ ਰੰਗ ਵਿੱਚ ਰੰਗਿਆ ਹੋਇਆ, ਅਤੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਵੀ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਨੂੰ ਹੀ ਪ੍ਰਮੋਟ ਕਰ ਰਹੇ ਨੇ, ਕਿਉਂਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਇਹਨਾਂ ਬੰਦੀ ਸਿੰਘਾਂ ਨੂੰ ਆਜ਼ਾਦ ਕਰਾਉਣਾ ਹੁੰਦਾ ਇਹਨਾਂ ਦੀਆਂ ਰਿਹਾਈਆਂ, ਅਤੇ ਉਹਨਾਂ ਕੋਲ ਬੜਾ ਲੰਮਾ ਸਮਾਂ ਸੀ, 10 ਸਾਲ ਸੀਗੇ, ਉਹ 17-18 ਸਾਲ ਰਹੇ ਨੇ ਚੀਫ ਮਿਨਿਸਟਰ ਪੰਜਾਬ ਦੇ, ਪਰ ਉਹਨਾਂ ਨੇ ਆਪਣੇ ਦਸਖਤਾਂ 'ਚ 2 ਸ਼ਬਦ ਵੀ ਨਹੀਂ ਲਿਖੇ ਉਹਨਾਂ ਦੇ ਹੱਕ 'ਚ ਕਦੀ ਚਿੱਠੀ ਕੇਂਦਰ ਨੂੰ ਪਾਈ ਹੋਵੇ, ਨਾ ਹੀ ਉਹਨਾਂ ਨੇ ਪਬਲਿਕ ਪਲੇਟਫਾਰਮ 'ਤੇ ਕਦੀ ਕਿਹਾ ਕਿ ਬੰਦੀ ਸਿੰਘਾਂ ਨੂੰ ਰਿਹਾਈ ਹੋਣੀ ਜ਼ਰੂਰੀ ਹੈ। ਸੋ ਅੱਜ ਦੀ ਇਸ ਚਰਚਾ ਵਿੱਚ ਜੋ ਮੈਂ ਮੁੱਦੇ ਉਠਾਏ ਨੇ, ਉਹਨਾਂ 'ਚ ਮੈਨੂੰ ਇਸ ਰਿਹਾਈ ਨਾਲੋਂ ਵੀ ਜਿਹੜਾ ਮੁੱਦਾ ਵੱਡਾ ਲੱਗਿਆ ਉਹ ਇਹ ਹੈਗਾ ਕਿ ਸਿੱਖ ਧਰਮ ਦੀਆਂ ਰਵਾਇਤਾਂ ਜਾਂ ਸਿਧਾਂਤਾਂ ਵਿੱਚ ਭੁੱਖ ਹੜਤਾਲ ਕਰਨੀ ਜਾਂ ਹਠ ਯੋਗ ਵਾਲੀ ਤਰੀਕੇ ਨਾਲ ਸਰੀਰ ਨੂੰ ਕਸ਼ਟ ਦੇਣੇ, ਇਹ ਸਾਡੀ ਪਰੰਪਰਾ ਨਹੀਂ। ਦੂਜੀ ਗੱਲ ਇਹ ਹੈ ਕਿ ਇਹ ਜੋ ਸਾਨੂੰ ਸੋਚਣਾ ਚਾਹੀਦਾ ਕਿ ਮਹਾਤਮਾ ਗਾਂਧੀ ਦੇਸ਼ ਵਿੱਚ ਸਭ ਤੋਂ ਵੱਡੇ ਲੀਡਰ ਹੋਏ ਨੇ ਜਿਹੜੇ ਕਿ ਵਰਤ ਰੱਖਿਆ ਕਰਦੇ ਸੀ। ਸੋ ਇਹ ਜਿਹੜੀ ਇੰਸਪੀਰੇਸ਼ਨ ਹੈ, ਇਹ ਭਾਵੇਂ ਉਹਨਾਂ ਨੇ ਮਹਾਤਮਾ ਗਾਂਧੀ ਦੇ ਵਰਤਾਂ ਤੋਂ ਨਹੀਂ ਲਈ, ਪਰ ਇਹ ਕੋਈ ਵੀ ਕਹਿ ਸਕਦਾ ਹੈ ਕਿ ਇਹ ਜਿਹੜੀ ਉਹ ਪ੍ਰੇਰਿਤ ਹੋਏ ਹਨ, ਉਹ ਮਹਾਤਮਾ ਗਾਂਧੀ ਦੀ ਜਿਹੜੀ ਉਹਨਾਂ ਦੀ ਫਾਸਟ ਵਰਤ ਰੱਖਣ ਦੀ ਪਾਲਿਸੀ ਸੀ, ਜਿਹਦੇ ਤੋਂ ਅੰਗਰੇਜ਼ ਬੜੇ ਡਰਦੇ ਸੀ, ਉਸ ਤੋਂ ਪ੍ਰੇਰਿਤ ਹੋਏ। ਪਰ ਜਿਹੜੇ ਬਲਵੰਤ ਸਿੰਘ ਜੀ ਰਾਜੋਆਣਾ ਵਰਤ ਰੱਖਦੇ, ਉੱਧਰ ਤਾਂ ਕੋਈ ਡਰਦਾ ਹੀ ਨਹੀਂ, ਕੋਈ ਅਸਰ ਹੀ ਨਾ ਕੇਂਦਰ 'ਤੇ ਹੈ ਨਾ ਸਟੇਟ ਗੌਰਮੈਂਟ 'ਤੇ ਹੈ। ਔਰ ਇੱਕ ਮੈਂ ਹੋਰ ਵੀ ਦੱਸਣਾ ਚਾਹੁੰਦਾ ਕਿ ਮੈਂਬਰ ਰਾਜ ਸਭਾ ਸਾਹਨੀ ਸਾਹਿਬ ਨੇ ਕੱਲ੍ਹ ਜੋ ਭਾਸ਼ਣ ਦਿੱਤਾ ਰਾਜ ਸਭਾ 'ਚ, ਉਹਦੇ ਵਿੱਚ ਉਹਨਾਂ ਨੇ ਮੰਗ ਕੀਤੀ ਹੈ ਕਿ ਬੰਦੀ ਸਿੰਘਾਂ ਨੂੰ ਵੀ ਛੱਡਿਆ ਜਾਏ। ਮੇਰੀ ਸਾਹਨੀ ਸਾਹਿਬ ਨੂੰ ਗੁਜ਼ਾਰਿਸ਼ ਹੈ ਕਿ ਭੁੱਲਰ ਸਾਹਿਬ ਦਾ ਕੇਸ ਤਾਂ ਦਿੱਲੀ ਗੌਰਮੈਂਟ ਕੋਲ ਹੈ, ਅਤੇ ਤੁਸੀਂ ਦਿੱਲੀ ਗੌਰਮੈਂਟ ਨੂੰ ਕਹੋ, ਅਰਵਿੰਦ ਕੇਜਰੀਵਾਲ ਨੂੰ, ਜਿਹਨੇ ਤੁਹਾਨੂੰ ਰਾਜ ਸਭਾ ਦਾ ਮੈਂਬਰ ਬਣਾਇਆ ਅਤੇ ਪੰਜਾਬ ਦੇ MLA ਅਤੇ MPs ਨੇ ਤੁਹਾਨੂੰ ਵੋਟਾਂ ਪਾਈਆਂ, ਕਿ ਉਹ ਪ੍ਰੋਫੈਸਰ ਭੁੱਲਰ ਦਾ ਕੇਸ ਰਿਕਮੈਂਡ ਕਰਕੇ ਕਿ ਉਸ ਨੂੰ ਰਿਹਾ ਕਰ ਦਿੱਤਾ ਜਾਏ ਔਰ ਉਹਦੀ ਸਜ਼ਾ ਵੀ ਮਾਫ ਕੀਤੀ ਜਾਏ। ਉਹ ਭੇਜਣ ਲੈਫਟੀਨੈਂਟ ਗਵਰਨਰ ਦੇ ਥਰੂ ਹੋਮ ਮਿਨਿਸਟਰੀ ਨੂੰ, ਅਤੇ ਉਹ ਅੱਗੋਂ ਕਰਾਉਣ ਪ੍ਰੈਜ਼ੀਡੈਂਟ ਤੋਂ। ਸੋ ਇਸ ਚਰਚਾ ਨੂੰ ਮੈਂ ਇੱਥੇ ਸਮਾਪਤ ਕਰਦਾ, ਅਤੇ ਮੈਂ ਕੋਸ਼ਿਸ਼ ਕੀਤੀ ਹੈ ਕਿ ਕਈ ਜਿਹੜੀ ਇਹ ਚਰਚਾ ਜਿਹੜੀ ਅੱਜ ਦਾ ਮੈਂ ਮੁੱਦਾ ਬਣਾਇਆ,
ਕਈ ਸਿੱਖ ਵਿਦਵਾਨਾਂ ਨੂੰ ਵੀ ਮੈਂ ਪੁੱਛਿਆ, ਕੁਝ ਰਿਕਾਰਡ ਤੇ ਉਹ ਆਉਣਾ ਨਹੀਂ ਚਾਹੁੰਦੇ। ਉਹ ਕਹਿੰਦੇ ਨੇ ਕਿਉਂਕਿ ਬੰਦੀ ਸਿੰਘਾਂ ਦੀ ਗੱਲ ਹੈ ਅਤੇ ਬੰਦੀ ਸਿੰਘਾਂ ਦੇ ਮਸਲੇ ਬਾਰੇ ਪੰਜਾਬ ਦੇ ਸਿੱਖ ਬਹੁਤ ਸੈਂਸਿਟਿਵ ਹਨ, ਵਿਦੇਸ਼ਾਂ 'ਚ ਬੈਠੇ ਸਿੱਖ ਵੀ ਬਹੁਤ ਸੈਂਸਿਟਿਵ ਹਨ। ਸੋ ਮੈਂ ਇਸ ਚਰਚਾ ਨੂੰ ਇੱਥੇ ਸਮਾਪਤ ਕਰਦਾ ਅਤੇ ਉਮੀਦ ਕਰਦਾ ਇਹ ਤੁਹਾਨੂੰ ਪਸੰਦ ਆਏਗੀ। ਤੁਸੀਂ ਆਪਣੇ ਵੱਧ ਤੋਂ ਵੱਧ ਮਿੱਤਰਾਂ ਨਾਲ, ਸੰਬੰਧੀਆਂ ਨਾਲ ਅਤੇ ਹੋਰ ਇਸ ਨੂੰ ਸਾਂਝਾ ਕਰੋ। ਅਤੇ ਜੇਕਰ ਤੁਸੀਂ ਹੁਣ ਤੱਕ ਅੰਮ੍ਰਿਤ ਪ੍ਰਸਾਰ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਸੀਂ ਇਸ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੇ ਚੈਨਲ ਦਾ ਤੁਸੀਂ ਮਾਣ ਵਧਾਓ। ਸਤਿ ਸ੍ਰੀ ਅਕਾਲ।